ਅੱਜ ਵੀ 1947 ਉਂਝ ਹੀ ਯਾਦ ਆਉਂਦੀ ਹੈ ਜਿਵੇਂ ਪਹਿਲਾਂ? मैं सुन कर माँ देख के वो पिया मेरी माँ उत्थे मर गई। ਅੱਜ ਵੀ ਦਿਲ ਜਿਹੜਾ ਦੁਖਦਾ ਹੈ ਕਿਉਂਕਿ ਮਾਂ ਪੁੱਤ ਦਾ ਰਿਸ਼ਤਾ ਬੜਾ ਗਹਿਰਾ ਹੁੰਦਾ ਹੈ। 47 ਨੇ ਉਹ ਰਿਸ਼ਤਾ ਜਿਹੜਾ ਸੀਗਾ ਬਿਲਕੁਲ ਹੀ ਖਤਮ ਕਰ ਦਿੱਤਾ। ਇਹ ਇੱਕ ਘਰ ਵਿੱਚ ਨਹੀਂ ਹੋਇਆ, ਅਨੇਕਾਂ ਘਰਾਂ ਦੇ ਵਿੱਚ ਇਹ ਹਾਲਾਤ ਜਿਹੜੇ ਵਾਪਰੇ ਨੇ। ਉਹਨਾਂ ਨੇ ਫੈਸਲਾ ਇਹੀ ਲਿਆ ਸੀ ਅਸੀਂ ਇਹ ਪਿੰਡ ਛੱਡ ਕੇ ਨਹੀਂ ਜਾਣਾ, ਪਰੰਤੂ ਹਾਲਾਤ ਅਜਿਹੇ ਹੋ ਗਏ ਕਿ ਜਦੋਂ ਇਲਾਕਾ ਪਾਕਿਸਤਾਨ 'ਚ ਆ ਗਿਆ 30 ਅਗਸਤ ਤੱਕ ਜਦੋਂ ਇਹ ਨਾ ਗਏ ਤਾਂ ਮੁਸਲਮਾਨਾਂ ਨੇ ਇਸ ਪਿੰਡ ਨੂੰ ਘੇਰਾ ਪਾਇਆ ਔਰ ਉਸ ਭੁਲੇਰ ਪਿੰਡ ਦੇ ਵਿੱਚ ਸਰਦਾਰਾਂ ਨੇ ਪੂਰੀ ਬਾਖੂਬੀ ਦੇ ਨਾਲ ਮੁਕਾਬਲਾ ਵੀ ਕੀਤਾ, ਪਰ ਇਹ ਬੜਾ ਵੱਡਾ ਸਾਕਾ ਹੋ ਨਿਬੜਿਆ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਦਰਬਾਰ ਸਾਹਿਬ ਦੇ ਵਿੱਚ ਵੀ ਇਸ ਯਾਦ ਦੇ ਵਿੱਚ ਸਿਲ ਲੱਗੀ ਹੋਈ ਹੈ ਔਰ ਇਸ ਪਿੰਡ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਵੀ ਉਸ ਬਟਾਲੇ ਦੇ ਵਿੱਚ ਜਿਹੜੇ ਨੇ ਉਹ ਬਣੇ ਹੋਏ ਨੇ ਭੁਲੇਰ ਪਿੰਡ ਦੀ ਯਾਦ ਦੇ ਵਿੱਚ। ਬਾਬਾ ਜੀ ਕੀ ਹਾਲਾਤ ਹੋਏ ਉਦੋਂ ਪਿੰਡ ਦੇ ਜਦੋਂ ਵੰਡ ਹੋ ਗਈ, ਪਤਾ ਲੱਗ ਗਿਆ ਕਿ ਪਿੰਡ ਪਾਕਿਸਤਾਨ ਦੇ ਵਿੱਚ ਹੈ? ਬੜਾ ਵੱਡਾ ਬੜਾ ਰੀਸ ਪਿੰਡ ਸੀਗਾ। आन के ना पंत मुसलमाना एक पंत मार दिता ਤੁਹਾਡੇ ਪਿੰਡ ਦਾ? आ साढ़े पिंड का सैर कर गया ही। ਜੀ फिर इधरों साढ़े पासों जथा गया सिखा का उन्होंने दो बंदे मार दिते। वो फिर उन्हें जाके बाहर फेरी ढंडोला पई साढ़े बंदे मार दिते ने। वो फिर उतों तक 24 ਲੱਖ वो 200-250 बंदा लैके पहले इत्थे आया, ਜੀ। उन्हें हमला कर दिता। ਉਹ 2.5 ਲੱਖ ਬੰਦਾ ਆ ਗਿਆ ਤੇ ਪਿੰਡ 'ਚ ਕਿੰਨੇ ਬੰਦੇ ਮੌਜੂਦ ਸੀ? ਪਿੰਡ 'ਚ ਜਵਾਨ ਬੰਦੇ ਦੇ 50 ਕੋਈ ਸਨ। ਉਹ ਫਿਰ ਅਸੀਂ ਜਦੋਂ ਉਹਨਾਂ ਰਾਤ ਆਣ ਕੇ ਘੇਰ ਲਿਆ, ਫਿਰ ਸਾਡੇ ਬੰਦਿਆਂ ਜਿਹੜਾ ਨਾ ਬਾਜ਼ਾਰਾਂ 'ਚ ਗੱਡੇ ਖੱਡੇ ਕਰ ਲਏ ਅੱਛਾ ਜੀ। ਤੇ ਸਾਰੇ ਜਿਹੜਾ ਪਿੰਡ ਸੀ ਉਹ ਇੱਕ ਮਕਾਨ 'ਚ ਇਕੱਠੇ ਹੋ ਗਏ। ਤੇ ਖੁਰੜਿਆਂ ਵਾਲਾ, ਸਾਰੰਗ, ਪਿੰਡੀ ਭੱਟੀਆਂ ਤੇ ਬੜਾ ਅਜਾਈ ਸੰਗਲਾਇਲ, ਇਹ ਫਿਰ ਸਾਡੇ ਤੋਂ ਉਹਨੇ ਬੰਦੂਕਾਂ ਨਾਲ ਹਮਲਾ ਕਰਾ ਦਿੱਤਾ। ਸਾਡੇ ਕੋਈ ਬੰਦਿਆਂ ਕੋਲ ਬੰਬ ਵੀ ਹੈਗੇ ਹਨ, ਬੰਦੂਕਾਂ ਵੀ ਹੈਗੀਆਂ ਹਨ। ਉਹ ਫਿਰ ਪਿਛਲੇ ਗੋਲੀ ਗਾਲੀ ਚੱਲਦੀ ਰਹੀ। ਅੰਤ ਨੂੰ ਇੱਕ ਸਟੇਸ਼ਨ ਮਾਸਟਰ ਸੀ, ਅੱਛਾ ਜੀ। ਉਹਨੇ ਬੂਹਾ ਖੋਲ੍ਹ ਦਿੱਤਾ। ਉਹ 5 ਮਿੰਟਾਂ 'ਚ ਉਹ ਅੰਦਰ ਵੜ ਗਏ, ਭੱਜਗੜ ਵੱਜ ਗਈ। ਜਨਾਨੀਆਂ ਜਿਹੜੀਆਂ ਖੂਹਾਂ ਛਾਲਾਂ ਮਾਰ ਦਿੱਤੀਆਂ, ਕੁਛ ਆਪਣੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ, ਕੋਈ ਭੱਜ ਗਏ। ਜੇ 5 ਮਿੰਟ ਹੋਰ 5 ਮਿੰਟ ਬੂਹਾ ਨਾ ਖੋਲ੍ਹਦਾ ਸਾਡਾ ਇੱਕ ਬੰਦਾ ਸੀ ਮਰਨਾ, ਤੇ ਜੇ 5 ਮਿੰਟ ਜਸਾ ਰਹਿੰਦਾ ਸਾਡਾ ਕੋਈ ਨਹੀਂ ਬਚਣਾ। ਕਿੱਦਾਂ ਦੇ ਹਾਲਾਤ ਪੈਦਾ ਹੋ ਗਏ ਸੀ ਉਦੋਂ? ਕਿੰਨਾ ਕੁ ਡਰ ਲੱਗਦਾ ਸੀਗਾ ਜਦੋਂ ਹਮਲਾ ਹੋ ਜਾਂਦਾ ਹੈ? ਤੁਸੀਂ ਵੀ ਛੋਟੇ ਸੀਗੇ। ਸਾਡੇ 2-3 ਮੁੰਡੇ ਖਾਲਸਾ ਕਾਲਜ ਪੜ੍ਹਦੇ ਹਨ। ਉਹ ਫਿਰ ਜੋ ਰੌਲਾ ਪੈ ਗਿਆ, ਉਹਨਾਂ ਨੂੰ ਛੁੱਟੀਆਂ ਮਿਲ ਗਈਆਂ, ਉਹ ਫਿਰ ਜੇ ਟ੍ਰੇਨਿੰਗ ਲੈ ਕੇ ਗਏ ਹਨ ਬੰਬ ਬਣਾਉਣ ਦੀ। ਅੱਛਾ ਜੀ। ਉਹਨਾਂ ਬੰਬ ਬਹੁਤ ਜ਼ਿਆਦਾ ਬਣਾਇਆ। ਉੱਥੇ ਫਿਰ ਗੋਲੀਆਂ ਬਣਾ ਲਾ ਸਾਡੇ ਕੋਲ ਪ੍ਰਬੰਧ ਹੈਗਾ ਸੀ। ਸਾਡੇ ਜੋ ਬੰਦੇ ਜਿਹੜੇ ਨਾ ਉੱਥੇ ਉਹ ਬਦਮਾਸ਼ ਡਾਕੇ ਮਾਰਦੇ ਸਨ, ਉਹਨਾਂ ਕੋਲ ਗੋਲੀਆਂ ਬਣਾਉਣ ਵਾਲੀ ਮਸ਼ੀਨ ਸੀ। ਉਹ ਫਿਰ ਇਹ ਕਾਰਨ ਇਹ ਹੋਇਆ ਉਸੇ ਮੀਂਹ ਪੈ ਗਿਆ, ਮੀਂਹ ਬੜਾ ਪੈ ਗਿਆ, ਬੰਬ ਭਿੱਜ ਗਏ ਤੇ ਜਿੱਥੇ ਮਾਰਦੇ ਨੇ ਬੰਬ ਠੁੱਸ ਹੋ ਜਾਂਦਾ। ਇਹਦੇ ਤੇ ਸਾਡਾ ਕੋਈ ਨੁਕਸਾਨ ਨਹੀਂ ਹੋਣਾ। ਯਾਨੀ ਕਿ ਐਡੇ ਵੱਡੇ ਮੁਸਲਮਾਨਾਂ ਦੇ ਗੜ੍ਹ ਦੇ ਵਿੱਚ ਪੂਰੀ ਤਿਆਰੀ ਕਰਕੇ ਪੂਰੀ ਬੈਠੇ ਤਿਆਰੀ ਸੀ। ਜੇ ਫੌਜ ਨਾ ਹੁੰਦੀ ਜੀ। ਤੇ ਸਾਨੂੰ ਕੋਈ ਹਰਾ ਨਹੀਂ ਸਕਦਾ। ਸਾਡੇ ਕੋਲ 4 ਬੰਦੇ ਹਨ ਜਿਹੜੇ ਰਿਟਾਇਰ ਫੌਜੀ ਸਨ, ਉਹਨਾਂ ਕੋਲ ਪਠਾਣੀ ਰਫਲਾ ਹਨ। ਕਿਉਂ ਨੁਕਰਾਂ ਦੇ ਕਿਲੇ ਜਿਹੜੇ ਸੀ ਬੋਰੀਆਂ ਮਟੀਆਂ ਭਰ ਕੇ ਰੱਖੀਆਂ ਹਨ। ਉਦੋਂ ਮਿਲਟਰੀ ਮਾਰਦੀ, ਉਧਰੋਂ ਇਹ ਮਾਰਦੇ ਹਨ। ਜਦੋਂ ਉੱਥੇ ਰਹਿੰਦੇ ਸੀ ਉਦੋਂ ਕਿਹੋ ਜਿਹੇ ਹਾਲਾਤ ਸੀਗੇ? ਪੂਰਾ ਦਬਦਬਾ ਸੀਗਾ ਭੁਲੇਰ ਪਿੰਡ ਦਾ ਆਸੇ-ਪਾਸੇ? ਭਲੇਰ ਵਰਗਾ ਨਾ ਐਸ ਪਾਕਿਸਤਾਨ 'ਚ ਪੰਜਾਬ 'ਚ ਨਾ ਉਹ ਜਿਹੜਾ ਪਿੰਡ ਕੋਲ ਨਹੀਂ। ਏਡੇ ਲੋਕੀ ਅਮੀਰ ਸਨ, ਮੋਟਰਸਾਈਕਲ ਰੱਖੇ ਹਨ, ਘੋੜੀਆਂ ਰੱਖੀਆਂ ਹਨ, ਸਭ ਕੁਝ ਰੱਖਿਆ ਸੀ, ਸਾਈਕਲ ਰੱਖੇ ਹਨ, ਰੇਡੀਓ ਰੱਖੇ ਹਨ, ਸ਼ਾਹੀ ਠਾਠ ਨਾਲ ਰਹਿੰਦੇ ਹਨ। ਇੱਕ ਪੰਜਾਬ ਦਾ ਵੱਡਾ ਘੱਲੂਘਾਰਾ ਸੀ ਜਿਹੜਾ ਅਸੀਂ ਦਰਸਾ ਨਹੀਂ ਸਕੇ। ਅਸੀਂ ਜੇ ਜਾਂਦੇ ਜੇ 2.5 ਲੱਖ ਦੀ ਬੋਲ ਦੇ ਨਾਲ ਇੱਕ 500-700 ਹਜ਼ਾਰ ਬੰਦਾ ਲੜਨਾ ਬੜੀ ਬਹੁਤ। ਉੱਨੀ 1947 ਦੇ ਵਿੱਚ ਵੰਡ ਹੋਈ ਤਾਂ ਇੱਕ ਪਿੰਡ ਸੀ ਭੁਲੇਰ ਜੋ ਪਾਕਿਸਤਾਨ ਦੇ ਵਿੱਚ ਸਥਿਤ ਸੀਗਾ। ਉਸ ਪਿੰਡ ਨੂੰ 30 ਅਗਸਤ ਨੂੰ ਉੱਥੇ ਘੇਰਾ ਪਾ ਲਿਆ ਗਿਆ ਕਿਉਂਕਿ ਉਸ ਪਿੰਡ ਨੂੰ ਇਹ ਯਕੀਨ ਸੀਗਾ ਕਿ ਅਸੀਂ ਇੱਥੇ ਸੁਰੱਖਿਅਤ ਹਾਂ ਔਰ ਪਿੰਡ ਕਿਤੇ ਨਹੀਂ ਉੱਜੜਦੇ ਹੁੰਦੇ। ਹੁਕੂਮਤਾਂ ਜਿਹੜੀਆਂ ਨੇ ਉਹ ਗਠਬੰਧਨ ਕਰਦੀਆਂ ਨੇ, ਤੋੜਦੀਆਂ ਨੇ। ਸੋ ਇਸ ਇਲਾਕੇ ਦੇ ਜਿਹੜੇ ਸਰਦਾਰ ਸੀਗੇ ਉਹ ਖੁਦ ਰਈਸ ਵੀ ਬਹੁਤ ਸੀਗੇ ਔਰ ਪਾਵਰਫੁਲ ਵੀ ਬਹੁਤ ਸੀਗੇ। ਉਹਨਾਂ ਨੇ ਫੈਸਲਾ ਇਹੀ ਲਿਆ ਸੀ ਅਸੀਂ ਇਹ ਪਿੰਡ ਛੱਡ ਕੇ ਨਹੀਂ ਜਾਣਾ, ਪਰੰਤੂ ਹਾਲਾਤ ਅਜਿਹੇ ਹੋ ਗਏ ਕਿ ਜਦੋਂ ਇਲਾਕਾ ਪਾਕਿਸਤਾਨ 'ਚ ਆ ਗਿਆ 30 ਅਗਸਤ ਤੱਕ ਜਦੋਂ ਇਹ ਨਾ ਗਏ ਤਾਂ ਮੁਸਲਮਾਨਾਂ ਨੇ ਇਸ ਪਿੰਡ ਨੂੰ ਘੇਰਾ ਪਾਇਆ ਔਰ
ਉਸ ਭੁਲੇਰ ਪਿੰਡ ਦੇ ਵਿੱਚ ਸਰਦਾਰਾਂ ਨੇ ਪੂਰੀ ਬਾਖੂਬੀ ਦੇ ਨਾਲ ਮੁਕਾਬਲਾ ਵੀ ਕੀਤਾ, ਪਰ ਇਹ ਬੜਾ ਵੱਡਾ ਸਾਕਾ ਹੋ ਨਿਬੜਿਆ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਦਰਬਾਰ ਸਾਹਿਬ ਦੇ ਵਿੱਚ ਵੀ ਇਸ ਦੀ ਯਾਦ ਦੇ ਵਿੱਚ ਸਿਲ ਲੱਗੀ ਹੋਈ ਹੈ, ਔਰ ਇਸ ਪਿੰਡ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਵੀ ਉਸ ਬਟਾਲੇ ਦੇ ਵਿੱਚ ਜਿਹੜੇ ਨੇ ਉਹ ਬਣੇ ਹੋਏ ਨੇ ਭੁਲੇਰ ਪਿੰਡ ਦੀ ਯਾਦ ਦੇ ਵਿੱਚ। ਕੀ ਸਾਕਾ ਹੋਇਆ ਸੀ, ਸਾਡੇ ਨਾਲ ਉਹ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਅੱਖੀਂ ਉਹ ਸਾਕਾ ਦੇਖਿਆ ਆ। ਛੋਟੀ ਉਮਰ ਸੀਗੀ 13 ਸਾਲ ਦੀ, ਔਰ ਉਦੋਂ ਅੱਖਾਂ ਨਾਲ ਦੇਖਣਾ ਔਰ ਜਿਹੜਾ ਸਾਡੇ ਵਰਗਿਆਂ ਨੇ ਸੁਣਨਾ ਹੈ, ਸਾਡੇ ਵੀ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਉਦੋਂ ਕੀ ਹਾਲਾਤ ਹੋਏ ਸੀਗੇ। ਬਾਬਾ ਪ੍ਰਿਥੀਪਾਲ ਸਿੰਘ ਜੀ, ਬਾਬਾ ਜੀ ਕੀ ਹਾਲਾਤ ਹੋਏ ਉਦੋਂ ਪਿੰਡ ਦੇ, ਜਦੋਂ ਵੰਡ ਹੋ ਗਈ, ਪਤਾ ਲੱਗ ਗਿਆ ਕਿ ਪਿੰਡ ਪਾਕਿਸਤਾਨ ਦੇ ਵਿੱਚ ਹੈ, ਬੜਾ ਵੱਡਾ ਬੜਾ ਰੀਸ ਪਿੰਡ ਸੀਗਾ। ਉਹਦਾ ਇਹ ਸੀ ਵੀ ਜਿਹੜਾ ਸੀ ਸਿਆਸੀ ਮਸਲਾ ਵੀ ਸਾਡੇ ਤੋਂ ਮਗਰੋਂ ਸਾਰੇ ਪਰ ਮੁਸਲਮਾਨ ਸਨ ਜੀ। ਉਹਨਾਂ ਜਿਹੜੇ ਉੱਥੋਂ ਮੁਸਲਿਮ ਲੀਗਾਂ ਨੂੰ ਵਰਤਾਇਆ ਗਿਆ ਵੀ ਇਹਨਾਂ ਨੂੰ ਮਾਰ ਦਿਓ, ਤੁਹਾਨੂੰ ਜਿਹੜੀਆਂ ਵੇਖਣਾ ਪੈਲੀਆਂ ਨੇ ਜ਼ਗੀਰਾਂ ਨੇ ਲੈ ਕੇ ਦਿਆਂਗੇ। ਉਹਨਾਂ ਫਿਰ ਜਿਹੜਾ ਸੀ ਬੰਦਾ ਜਿਹੜਾ ਸੀ ਉਹ ਕਿ ਆਏ ਸੀ, ਉਹਨਾਂ ਪੰਡਤ ਮਾਰ ਦਿੱਤਾ ਮੁਸਲਮਾਨਾਂ ਨੇ। ਫਿਰ ਪੰਡਤ ਇੱਕ ਮਾਰਿਆ ਸੀ ਜਾਂ ਕਾਫੀ ਸਾਰੇ? ਨਹੀਂ, ਉਹਨਾਂ ਆਣ ਕੇ ਨਾ ਪੰਡਤ ਮੁਸਲਮਾਨਾਂ ਇੱਕ ਪੰਡਤ ਮਾਰ ਦਿੱਤਾ। ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ ਉਹ ਸੈਰ ਕਰਨ ਗਿਆ ਸੀ ਜੀ। ਫਿਰ ਇੱਧਰੋਂ ਸਾਡੇ ਪਾਸੋਂ ਜਥਾ ਗਿਆ ਸਿੱਖਾਂ ਦਾ, ਉਹਨਾਂ ਦੇ 2 ਬੰਦੇ ਮਾਰ ਦਿੱਤੇ। ਉਹ ਫਿਰ ਉਹਨਾਂ ਜਾ ਕੇ ਬਾਹਰ ਫੇਰੀ ਢੰਡੋਲਾ ਪਈ, ਸਾਡੇ ਬੰਦੇ ਮਾਰ ਦਿੱਤੇ ਨੇ। ਉਹ ਫਿਰ ਉੱਥੋਂ ਤੱਕ 24 ਲੱਖ, ਉਹ 200-250 ਬੰਦਾ ਲੈ ਕੇ ਪਹਿਲਾਂ ਇੱਥੇ ਆਇਆ ਜੀ। ਉਹਨੇ ਹਮਲਾ ਕਰ ਦਿੱਤਾ। ਸਾਡੇ ਕਿ ਕੋਈ ਵੇਖਣਾ ਸਿਪਾਹੀ ਸੀ ਰਿਟਾਇਰ, ਉਹਦੇ ਕੋਲ ਬੰਦੂਕ ਸੀ 303 ਦੀ, ਉਹਨੇ 2.5 ਮਿੰਟ ਤੋਂ ਉਹਨੂੰ ਗੋਲੀ ਮਾਰੀ, ਉਹ ਮਰ ਗਿਆ। ਉਸ ਦੇ ਬਾਅਦ ਉਹ ਫਿਰ ਜਾ ਕੇ ਪਿੰਡਾਂ 'ਚ ਫੇਰਿਆ ਉਹਨਾਂ ਵੀ ਸਾਡਾ ਜੈਲਦਾਰ ਉਹ ਮਾਰ ਦਿੱਤਾ ਹੈ। ਉਹ ਵੀ ਸ਼ਾਮ ਨੂੰ 2-2.5 ਲੱਖ ਬੰਦਾ ਲੈ ਕੇ ਤੇ ਸਾਰਾ ਪਿੰਡ ਘੇਰ ਲਿਆ। 2-2.5 ਲੱਖ ਬੰਦਾ ਆ ਗਿਆ। ਤੇ ਪਿੰਡ 'ਚ ਕਿੰਨੇ ਬੰਦੇ ਮੌਜੂਦ ਸੀਗੇ? ਪਿੰਡ 'ਚ ਜਵਾਨ ਬੰਦੇ ਦੇ 50 ਕੋਈ ਸਨ। ਅੱਛਾ ਜੀ। ਹਾਂ, ਬਾਕੀ ਬਜ਼ੁਰਗ ਮਾਤਾ ਬਾਹਰੋਂ ਉਦੋਂ ਬਾਹਰੋਂ ਜਿਹੜੇ ਉਧਰੋਂ ਆਏ ਹਨ, ਝਾਂਗਲੋਂ ਹੀ ਝਾਂਗੀ ਚੁੰਗੀ ਜੀ। ਉਹ ਫਿਰ ਇਹ ਸੀ ਵੀ ਜਦੋਂ ਉਹਨਾਂ ਰਾਤ ਆਣ ਕੇ ਘੇਰ ਲਿਆ, ਫਿਰ ਸਾਡੇ ਬੰਦਿਆਂ ਜਿਹੜਾ ਨਾ ਬਾਜ਼ਾਰਾਂ 'ਚ ਗੱਡੇ ਖੱਡੇ ਕਰ ਲਏ। ਅੱਛਾ ਜੀ। ਤੇ ਸਾਰੇ ਜਿਹੜਾ ਪਿੰਡ ਸੀ ਉਹ ਇੱਕ ਮਕਾਨ 'ਚ ਇਕੱਠੇ ਹੋ ਗਏ। ਉਹ ਫਿਰ ਦਿਨ ਚੜ੍ਹਦਿਆਂ ਨੂੰ ਫਿਰ ਉਹ ਜਦੋਂ ਹੀ ਆਮ ਹੋ ਗਿਆ, ਉਹ ਫਿਰ ਅਰਜਨ ਸਿੰਘ ਜਿਹੜਾ ਸੀ ਉਹ ਅੱਗੇ ਬੰਦੂਕ ਲੈ ਕੇ ਫਾਇਰ ਕਰਦਾ ਸੀ ਤੇ ਉਹ ਭੱਜ ਜਾਂਦੇ ਤੇ ਮਗਰੋਂ ਜੇ 20-25 ਬੰਦੇ ਉਹ ਬੰਦੇ ਮਾਰੀ ਜਾਂਦੇ ਹਨ। ਅੱਛਾ ਜੀ। ਅੰਤ ਨੂੰ ਫਿਰ ਉਹਨਾਂ ਨੂੰ ਕੋਈ ਫਾਇਦਾ ਨਾ। ਇੱਧਰੋਂ ਇੱਕ ਕਾਰਨ ਔਰ ਇੱਕ ਠਾਣਦਾਰ ਗਿਆ ਸੀ, ਉਹਦਾ ਜੰਤ ਜਿਹੜਾ ਸੀ ਉਹਨਾਂ ਮਾਰ ਦਿੱਤਾ ਇੱਥੇ। ਉਹਨੇ ਜਾ ਕੇ ਰੌਲਾ ਪਾਇਆ, ਜਾ ਕੇ ਸਾਡਾ ਤੇ ਨਾ ਜੀਆ ਜਦ ਮਾਰ ਛੱਡਿਆ ਤੇ ਤੁਸੀਂ ਇੱਥੇ ਕੀ ਕਰਨ ਡਏ ਹੋ। ਉਹਨਾਂ ਵਿੱਚ 6 ਥਾਣੇ ਜਿਹੜੇ ਹਨ, ਇੱਕ ਖੁਰੜਿਆਂ ਵਾਲਾ, ਸਾਰੰਗ, ਪਿੰਡੀ ਭੱਟੀਆਂ ਤੇ ਬਟਾ ਅਜਾ ਸੰਗਲਾ ਹਿੱਲ, ਇਹ ਫਿਰ ਸਾਡੇ ਤੋਂ ਉਹਨੇ ਬੰਦੂਕਾਂ ਨਾਲ ਹਮਲਾ ਕਰਾ ਦਿੱਤਾ। ਸਾਡੇ ਕੋਈ ਬੰਦਿਆਂ ਕੋਲ ਬੰਬ ਵੀ ਹੈਗੇ ਹਨ, ਬੰਦੂਕਾਂ ਵੀ ਹੈਗੀਆਂ ਹਨ। ਉਹ ਫਿਰ ਪਿਛਲੇ ਗੋਲੀ ਗਾਲੀ ਚੱਲਦੀ ਰਹੀ। ਅੰਤ ਨੂੰ ਇੱਕ ਸਾਡਾ ਉਹ ਸੀ ਪੋਸਟ ਸਟੇਸ਼ਨ ਮਾਸਟਰ ਸੀ, ਅੱਛਾ ਜੀ, ਉਹਨੇ ਬੂਹਾ ਖੋਲ੍ਹ ਦਿੱਤਾ ਤੇ ਝੰਡਾ ਕਾਹਦਾ ਬੂਹਾ ਖੋਲ ਦਿੱਤਾ? ਜਿਹੜਾ ਕਿਲਾ ਬਣਾਇਆ ਸੀ। ਅੱਛਾ, ਤੁਸੀਂ ਕਿਲਾ ਪਿੰਡ 'ਚ ਹੀ ਬਣਾਇਆ ਹੋਇਆ ਸੀ? ਆਪੇ ਸਾਰੇ ਪਾਲ ਕੇ ਤੇ ਅੰਦਰ ਕੰਧਾਂ ਪਾੜ ਲਈਆਂ ਹਨ। ਅੱਛਾ ਜੀ। ਉਹ ਫਿਰ ਉਹ ਜਿਹੜਾ ਸੀ ਉਹ 5 ਮਿੰਟਾਂ 'ਚ ਉਹ ਅੰਦਰ ਵੜ ਗਏ। ਭਦਗੜ ਵੱਜ ਗਈ, ਜਨਾਨੀਆਂ ਜਿਹੜੀਆਂ ਖੂਹਾਂ ਛਾਲਾਂ ਮਾਰ ਦਿੱਤੀਆਂ, ਕੁਛ ਆਪਣੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ, ਕੋਈ ਭੱਜ ਗਏ। ਜੇ 5 ਮਿੰਟ ਹੋਰ 5 ਮਿੰਟ ਬੂਹਾ ਨਾ ਖੋਲ੍ਹਦਾ ਸਾਡਾ ਇੱਕ ਬੰਦਾ ਸੀ ਮਰਨਾ, ਤੇ ਜੇ 5 ਮਿੰਟ ਜਥਾ ਆਉਂਦਾ ਸਾਡਾ ਕੋਈ ਨਹੀਂ ਬਚਣਾ। ਫਿਰ ਜਦੋਂ ਜਥਾ ਦੀ ਇੱਕ ਬੀਬੀ ਜਗਦੀਸ਼ ਕੌਰ ਸੀ ਜਿਹੜੇ ਉਦੋਂ ਲੁੱਟ ਕੇ ਆਈ ਸੀ, ਉਹ ਘੋੜੇ ਦੇ ਬੰਦੇ ਡੱਕਦੇ ਸੀ ਤੇ ਮਗਰੋਂ ਵੱਢਦੇ ਸੀ। ਉਹਨਾਂ ਕੋਲ 1500-1600 ਬੰਦਾ ਮਿਲਿਆ, ਸਾਡਾ 350-400 ਬੰਦਾ ਮਿਲਿਆ। ਬੀਬੀ ਜਗਦੀਸ਼ ਕੌਰ ਕੌਣ ਸੀ? ਬੀਬੀ ਜਗਦੀਸ਼ ਕੌਰ ਜਿਹੜੀ ਸੀ ਉਦੋਂ ਪਹਿਲਾਂ ਪਸ਼ੌਰਾ ਹੋਇਆ ਸੀ ਨਾ, ਰੌਲਾ ਪਿਆ ਸੀ ਜੀ। ਤੂੰ ਪਰਿਵਾਰ ਬਾਹਰ ਕੇ ਇੱਥੇ ਆਈ ਸੀ। ਫਿਰ ਜਥਾ ਇੱਥੋਂ ਗਿਆ ਨਾ, ਅੱਗੇ ਅਸੀਂ ਪੁਲਿਸ ਦਾ ਪਹਿਰਾ, ਉਹਨਾਂ ਆਖਿਆ ਵੀ ਅੱਗੇ ਪੁਲਿਸ ਦਾ ਪਹਿਰਾ ਅਗਾਂਹ ਨਹੀਂ ਜਾਣਾ। ਉਹਨੇ ਲਕੀਰ ਖਿੱਚੀ ਜੀ। ਬੀਬੀ ਜੀ ਜਗਦੀਸ਼ ਕੌਰ ਨੇ, ਉਹਨੇ ਕਿਹਾ ਜਿਹਨੇ ਸ਼ਹੀਦ ਹੋਣਾ ਆਓ। ਉਹਨਾਂ ਆਖਿਆ ਉਹ ਜਾਨੀ ਜਾਣ ਡਈ, ਹੁਣ ਤੁਸੀਂ ਕਿਉਂ ਨਹੀਂ ਜਾਓਗੇ? ਅੱਛਾ ਜੀ। ਬੀਬੀਆਂ ਬੜੀਆਂ ਫੌਲਾਦ ਸੀਗੀਆਂ ਉਦੋਂ ਵੀ। ਉਹ ਸਾਂ ਵੀ ਪਠਾਣਾ ਨੇ ਹਮਲਾ ਕਰ ਦਿੱਤਾ। ਇਹ ਨਾ ਪੰਡਤ ਜਿਹੜੇ ਜੰਜ ਲੈ ਕੇ ਗਏ ਹਨ, ਤੇ ਉਹਨਾਂ 2 ਪਠਾਣਾ ਨੇ ਨਾ ਜਿੰਦਾਨੀ ਖੋਹ ਲਈ। ਉਹ ਆਖਣ ਲੱਗੇ ਵੀ ਵੇਖਣਾ, ਉਹ ਹਰੀ ਸਿੰਘ ਨਾਲੇ ਕੋ ਗਏ। ਉਹਨੇ ਕਿਹਾ ਸਾਡੀ ਜਿਹੜੀ ਇਹ ਜਨਾਨੀ ਖੋਲੀ ਹੈ। ਉਹਨੇ ਕਿਹਾ ਉਹ ਕਿੰਨੇ ਹਨ? ਉਹਨੇ ਕਿਹਾ ਉਹ
ਦੋ ਜਣੇ ਤਾਂ ਅਸੀਂ ਤੁਸੀਂ ਕਿੰਨੇ ਹੋ? ਅਸੀਂ 40 ਮੂਰਤੀਆਂ। ਉਹਨੇ ਕਿਹਾ ਹੁਣ ਇੱਕ ਘੱਲਾਂਗੇ, ਦੋ ਘੱਲਾਂ, ਕਿੰਨੇ ਘੱਲੋ? ਉਹਨੇ ਕਿਹਾ ਜਿੰਨੇ ਮਰਜ਼ੀ ਕਰੋ, ਸਾਡੀ ਜਨਾਨੀ ਜਿਹੜੀ ਸਿਆਣੀ। ਉਹਨਾਂ ਰਾਹ ਦਾ ਪਹਾੜਾਂ ਰਾਹ ਸੀ, ਉਹਨਾਂ ਇੱਕ ਬੰਦਾ ਘੱਲਿਆ, ਜਨਾਨੀ ਵਾਪਸ ਆ ਗਈ। ਉਹਨਾਂ ਕਿਹਾ ਬਈ ਜਾ ਬੀਬੀ ਦੇ ਨਾਲ। ਉਹਨੇ ਕਿਹਾ ਜਿਹਨੂੰ 40 ਨੂੰ ਖੋਹ ਕੇ ਲੈ ਗਏ ਹਨ ਅਤੇ ਇੱਕ ਨੇ ਮੈਨੂੰ ਵਾਪਸ ਆਦਾ, ਮੈਂ ਉੱਥੇ ਨਹੀਂ ਜਾਵਾਂਗੀ। ਉਹ ਸਾਰੀ ਉਮਰ ਹਰੀ ਸਿੰਘ ਨਲਵੇ ਨਾਲ ਰਹੀ ਹੈ, ਜਿਉਂ ਜਮਰੌਦ ਦਾ ਕਿਲ੍ਹਾ ਫਤਿਹ ਕੀਤਾ, ਉਹ ਨਾਲ ਸੀ। ਬਈ ਆਪਾਂ 47 ਦੀ ਗੱਲ ਕਰ ਰਹੇ ਹਾਂ, ਜਦੋਂ ਬੀਬੀਆਂ ਨੇ ਤੁਸੀਂ ਦੱਸਿਆ ਵੀ ਖੂਹਾਂ 'ਚ ਛਾਲਾਂ ਮਾਰ ਦਿੱਤੀਆਂ, ਕੀ ਕਾਰਨ ਸੀ ਕਿ ਬੀਬੀਆਂ ਨੂੰ ਖੂਹਾਂ 'ਚ ਛਾਲਾਂ? ਕਾਰਨ ਸੀ ਵੀ ਇਹ ਬੇਪਤ ਨਾ ਹੋਈਏ ਜੀ। ਉਹਨਾਂ ਮਤਲਬ ਇਹ ਬੇਪਤ ਨਾ ਹੋਈਏ, ਲੋਕ ਲੈ ਜਾਣਗੇ, ਕੋਈ ਵੱਢੀਆਂ ਗਈਆਂ, ਕੋਈ ਮਾਰੀਆਂ ਗਈਆਂ, ਕੋਈ ਉਹਨੂੰ ਖੂਹਾਂ 'ਚ ਛਾਲਾਂ ਮਾਰ ਦਿੱਤੀਆਂ, ਖੂਹ ਭਰ ਗਏ ਹਨ। ਕਿੰਨੀਆਂ ਕੁ ਬੀਬੀਆਂ ਸੀ ਜਿਨ੍ਹਾਂ ਇਹ ਨੇ? ਅੰਦਾਜ਼ੇ ਨਾਲ ਨਹੀਂ ਕਿੰਨੀਆਂ ਕੁ ਬਾਹਰੋਂ ਵੀ ਆਈਆਂ ਨੇ, ਇੱਥੋਂ ਵੀ ਆਈਆਂ ਹਨ। ਹਾਂ, ਤੁਸੀਂ ਕਿੰਨੇ ਕੁ ਪਰਿਵਾਰਕ ਮੈਂਬਰ ਸੀਗੇ? ਅਸੀਂ ਦੋ ਸਾਡੀਆਂ ਮਾਂ ਅਤੇ ਦੋ ਸਾਡੇ ਭੈਣਾਂ ਅਤੇ ਦੋ ਅਸੀਂ ਹਾਂ, 6 ਜਣੇ ਹਾਂ। ਮਾਂ ਸਾਡੀ ਇੱਕ ਉੱਥੇ ਹੀ ਉਹ ਮਰ ਗਈ, ਅਤੇ ਜੇ ਬੁੱਢੀ ਉਹ 60 ਸਾਲ ਦੀ ਇੱਥੇ ਆ ਗਈ। ਅਤੇ ਵੱਡੀ ਭੈਣ ਸਾਡੀ 18 ਸਾਲ ਦੀ, ਉਹਦੀ 16 ਸਾਲਾਂ ਦੀ, ਮੈਂ 13 ਸਾਲ ਦਾ, ਭਰਾ ਸਾਡਾ 10 ਸਾਲਾਂ ਦਾ। ਔਰ ਤੁਹਾਡੀ ਮਾਤਾ ਕਿਸ ਤਰੀਕੇ ਨਾਲ ਮਰੇ ਨੇ? ਖੂਹ ਛਾਲ ਮਾਰ ਕੇ। ਅੱਛਾ ਜੀ। ਹਾਂ, ਬਹੁਤ ਦੁੱਖ ਹੋਇਆ ਹੋਊਗਾ ਕਿ ਇਸ ਉਹ ਟਾਈਮ 'ਚ 45,000 ਰੁਪਈਆ ਸੀ, ਅਤੇ ਸੋਨੇ ਦਾ ਇੰਨਾ ਅੱਡਾ ਸੀ। ਸਾਡੇ ਕੋਲ 100 ਕਿੱਲਾ ਪੈ ਸੀ ਉੱਥੇ, ਸ਼ਾਹੂਕਾਰ ਥਾਂ ਸੀ। ਸਾਡੇ ਲਾਹੌਰ ਵੀ ਮਕਾਨ ਹੈਗਾ, ਅੰਮ੍ਰਿਤਸਰ ਵੀ ਹੈਗਾ, ਪਰ ਸਾਨੂੰ ਅਸੀਂ ਛੋਟਿਆਂ ਨੂੰ ਕੋਈ ਪਤਾ ਨਹੀਂ ਲੱਗ ਸਕਿਆ ਨਾ। ਸਾਨੂੰ ਜਿਹੜੀ ਇੱਥੇ ਹੀ ਪੈਸੀ ਹੋਈ ਮਿਲੀ ਹੈ। ਕਿੱਦਾਂ ਦੇ ਹਾਲਾਤ ਪੈਦਾ ਹੋ ਗਏ ਸੀ ਉਦੋਂ? ਕਿੰਨਾ ਕੁ ਡਰ ਲੱਗਦਾ ਸੀਗਾ ਜਦੋਂ ਹਮਲਾ ਹੋ ਜਾਂਦਾ ਹੈ? ਤੁਸੀਂ ਵੀ ਛੋਟੇ ਸੀਗੇ। ਉਹਨਾਂ ਦਾ ਜਿਹੜੇ ਸਾਡੇ ਬੰਦੇ ਨੇ ਉਹ ਪੂਰੇ ਰਹਿਣਾ ਤਿਆਰ ਸਨ। ਅੱਛਾ ਜੀ। ਉਹਨਾਂ ਕੋਈ ਡਰ ਨਹੀਂ ਉਹਨਾਂ ਦੇ ਹਮਲੇ ਦਾ। ਅੱਛਾ ਜੀ। ਉਹ ਤਾਂ ਫਿਰ ਵੀ ਜਦੋਂ ਇੱਥੇ ਸਾਡੇ ਮੁੰਡੇ ਖਾਲਸਾ ਕਾਲਜ ਪੜ੍ਹਦੇ, ਉਹਨਾਂ ਪਤਾ ਲੱਗਾ ਵੀ ਰੌਲਾ ਪੈਣਾ ਇੱਥੇ। ਸਾਡੇ 2-3 ਮੁੰਡੇ ਖਾਲਸਾ ਕਾਲਜ ਪੜ੍ਹਦੇ ਹਨ। ਅੱਛਾ ਜੀ। ਉਹ ਫਿਰ ਜਦੋਂ ਰੌਲਾ ਪੈ ਗਿਆ, ਉਹਨਾਂ ਨੂੰ ਛੁੱਟੀਆਂ ਮਿਲ ਗਈਆਂ, ਉਹ ਫਿਰ ਜੇ ਟ੍ਰੇਨਿੰਗ ਲੈ ਕੇ ਗਏ ਹਨ ਬੰਬ ਬਣਾਉਣ ਦੀ। ਅੱਛਾ ਜੀ। ਉਹਨਾਂ ਬੰਬ ਬਹੁਤ ਜ਼ਿਆਦਾ ਬਣਾਇਆ। ਉੱਥੇ ਫਿਰ ਗੋਲੀਆਂ ਬਣਾ ਲਾ, ਸਾਡੇ ਕੋਲ ਪ੍ਰਬੰਧ ਹੈਗਾ ਸੀ। ਸਾਡੇ ਜੋ ਬੰਦੇ ਜਿਹੜੇ ਨਾ ਉੱਥੇ ਉਹ ਬਦਮਾਸ਼ ਡਾਕੇ ਮਾਰ ਦਿੰਦੇ ਸਨ, ਉਹਨਾਂ ਕੋਲ ਗੋਲੀਆਂ ਬਣਾਉਣ ਵਾਲੀ ਮਸ਼ੀਨ ਸੀ। ਉਹ ਫਿਰ ਇਹ ਕਾਰਨ ਇਹ ਹੋਇਆ, ਉਸ ਵੇਲੇ ਮੀਂਹ ਪੈ ਗਿਆ। ਅੱਛਾ ਜੀ। ਮੀਂਹ ਬੜਾ ਪੈ ਗਿਆ, ਬੰਬ ਭਿੱਜ ਗਏ, ਅਤੇ ਜਿੱਥੇ ਮਾਰਦੇ ਨੇ ਬੰਬ ਠੁੱਸ ਹੋ ਜਾਂਦਾ ਸੀ, ਨਹੀਂ ਤਾਂ ਸਾਡਾ ਕੋਈ ਨੁਕਸਾਨ ਨਹੀਂ ਹੋਣਾ। ਜਾਨੀ ਕਿ ਪੂਰਾ ਯਕੀਨ ਸੀਗਾ, ਪਰ ਉਹ ਹਾਲਾਤ ਜਿਹੜੇ ਇਵੇਂ ਦੇ ਪੈਦਾ ਹੋ ਗਏ ਵੀ ਜਿਹਦੇ ਕਾਰਨ ਫਿਰ ਤੁਸੀਂ ਉੱਥੋਂ ਕਿੰਨੇ ਕੁ ਜਿਹੜੇ ਭਲੇਰ ਪਿੰਡ ਦੇ ਵਾਸੀ ਸੀਗੇ ਜਿਹੜੇ ਬਚਾ ਕੇ ਆਏ? ਉਹ ਕੋਈ ਉਹਨਾਂ ਦਾ ਕੋਈ ਬਾਹਰ ਗਏ, ਕੋਈ ਜਿਵੇਂ ਰਾਤ ਆਏ, ਪਹਿਲਾਂ ਕਰੀ ਮਾਣੀਆਂ ਰਾਤ ਰਹੇ, ਫਿਰ ਇੱਕ ਹੋਰ ਥਾਂ ਰਹੇ, ਤੀਜੇ ਦਿਨ ਸੱਚੇ ਸੌਦੇ ਆ ਗਏ। ਉੱਥੋਂ ਸਾਨੂੰ ਟਰੱਕਾਂ 'ਤੇ ਲੈ ਕੇ ਇੱਥੇ ਆ ਗਏ ਅੰਮ੍ਰਿਤਸਰ ਮਾਸਟਰ ਤਾਰਾ ਸਿੰਘ ਸਾਡੀ ਬੜੀ ਮਦਦ ਕੀਤੀ। ਉਹਨਾਂ ਇੱਥੇ ਸਾਡੇ ਕੋਲ ਇਹਨੂੰ ਥਾਂ ਜ਼ਮੀਨ ਲਾਟ ਕਰਾਤੀ, ਅਤੇ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਈਸ਼ਰ ਸਿੰਘ ਮਝੈਲ ਹੀ ਸਾਡੇ ਕੋਲ ਗਏ ਹਨ ਵੀ ਇੱਥੇ ਰਹਿਣਾ, ਨਨਕਾਣਾ ਸਾਹਿਬ ਨਹੀਂ ਛੱਡਣਾ। ਅੱਛਾ ਜੀ। ਨਨਕਾਣਾ ਸਾਹਿਬ ਨਹੀਂ ਛੱਡਣਾ। ਉਹ ਸਾਡੇ ਕੋਲ ਗਏ ਹਨ। ਉਹਨਾਂ 8400 ਰੁਪਈਆ ਵੀ ਦਿੱਤਾ। ਅੱਛਾ ਜੀ। ਫਿਰ ਉਹਨਾਂ ਸਾਨੂੰ 3 ਰਫਲਾਂ ਵੀ ਦਿੱਤੀਆਂ, ਅੱਛਾ ਜੀ। ਬੰਦੂਕਾਂ ਵੀ ਦਿੱਤੀਆਂ, ਫਿਰ ਦੂਜਾ ਬਰਸ਼ੀਆਂ ਵੀ ਦਿੱਤੀਆਂ। ਫਿਰ ਕੋਈ ਨਾ ਸਾਰੇ ਬੰਦਿਆਂ ਆਪ ਲੁਹਾਰ ਲਿਆ ਕੇ ਕਿਰਪਾਨਾਂ ਬਣਾਈਆਂ, ਬਰਸ਼ੀਆਂ ਬਣਾਈਆਂ। ਜਾਨੀ ਕਿ ਐਡੇ ਵੱਡੇ ਮੁਸਲਮਾਨਾਂ ਦੇ ਗੜ੍ਹ ਦੇ ਵਿੱਚ ਪੂਰੀ ਤਿਆਰੀ ਕਰਕੇ ਪੂਰੀ ਬੈਠੇ ਤਿਆਰੀ ਸੀ। ਜੇ ਫੌਜ ਨਾ ਹੁੰਦੀ ਜੀ। ਤੇ ਸਾਨੂੰ ਕੋਈ ਹਰਾ ਨਹੀਂ ਸਕਦਾ। ਫੌਜ ਵੱਲੋਂ ਹਰਾਇਆ ਗਿਆ ਤੁਹਾਨੂੰ? ਆਹੋ ਜੀ, ਫੌਜ ਨੇ ਰਹਿ ਕੇ। ਅੱਛਾ ਜੀ। ਮੁਸਲਮਾਨਾਂ ਦੇ ਜਿਹੜਾ ਹਜ਼ੂਮ ਸੀ ਉਹਨੇ ਨਹੀਂ, ਫੌਜ ਨੇ ਹਰਾਇਆ? ਫੌਜ ਨੇ ਰਹਿਆ। ਸਾਡੇ ਕੋਲ 4 ਬੰਦੇ ਹਨ ਜਿਹੜੇ ਰਿਟਾਇਰ ਫੌਜੀ ਸਨ, ਉਹਨਾਂ ਕੋਲ ਪਠਾਣੀ ਰਫਲਾਂ ਹਨ। 4 ਨੁੱਕਰਾਂ ਦੇ ਕਿਲੇ ਜਿਹੜੇ ਸੀ, ਬੋਰੀਆਂ ਮਟੀਆਂ ਭਰ ਕੇ ਰੱਖੀਆਂ ਹਨ। ਉਦੋਂ ਮਿਲਟਰੀ ਮਾਰਦੀ, ਉਧਰੋਂ ਇਹ ਮਾਰਦੇ ਹਨ। 2 ਬੰਦੇ ਹਨ ਜਿਨ੍ਹਾਂ ਆਂਦੇ ਹਨ ਭਈ ਤੁਸੀਂ ਇਹਨਾਂ ਲਾਂਭੇ ਹੋ ਜਾਓ, ਉਹਨਾਂ ਕਹਾਂ ਸ਼ਹੀਦ ਹੋਣਾ ਹੈ। ਇੱਕ ਸਾਡੇ ਪਿੰਡ ਦਾ ਉਹ ਆਸਾ ਸਿੰਘ ਸੀ, ਇੱਕ ਤੇਜਾ ਸਿੰਘ ਸੀ, ਉਹ ਬਾਹਰੋਂ ਮਰੜਾਂ ਦਾ ਸੀ, ਉਹਨੇ ਕਹਾ ਸ਼ਹੀਦ ਹੋਣਾ ਹੈ। ਉਹ 2 ਬੰਦੇ ਸ਼ਹੀਦ ਹੋਏ, ਬਾਕੀ ਜਿਹੜੇ ਹੁਣ ਸਾਰੇ ਬਚ ਗਏ ਹਨ, ਇਹ ਮੋਰਚੇ ਸਨ। ਅੱਛਾ ਜੀ। ਸਿਰਫ 2 ਸ਼ਹੀਦ ਹੋਏ, ਬਾਕੀ ਸਾਰੇ ਬਚ ਗਏ? ਇਹ ਮੋਰਚਿਆਂ ਉਹ ਸਾਰੇ ਬਚ ਗਏ। ਉਹ ਫਿਰ ਉੱਥੇ ਸਾਡੇ ਡਾਕਟਰ ਵਿਸ਼ਾ ਸਿੰਘ ਹਨ, ਉਹ ਜਾਂ ਜ਼ਖਮੀ ਹੁੰਦਾ ਸੀ, ਉਹਨੂੰ ਮਨ ਪੱਟੀ ਕਰਦੇ ਹਨ। ਉਹਨਾਂ ਸ਼ਰਾਬ ਰੱਖਿਆ ਸੀ, ਸ਼ਰਾਬ ਵੀ ਪੈਂਦੇ ਹਨ, ਅਤੇ ਸ਼ਰਾਬ ਲਾ ਕੇ ਟੈਂਚਰ 'ਤੇ ਮਾਰਦੇ ਹਨ। ਸਾਰੇ ਪਿੰਡ ਨੇ ਇਕੱਤਰ ਹੋ ਕੇ ਜੰਗ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸਾਰੇ ਪਿੰਡ ਨੇ। ਔਰ ਬੱਚਿਆਂ ਦਾ ਕੀ ਉੱਥੇ ਰੋਲ ਰਿਹਾ? ਜਿਹੜੇ ਛੋਟੇ ਬੱਚੇ ਸੀਗੇ ਜਾਂ ਤੁਹਾਡੀ ਉਮਰ ਦੇ? ਉਹ ਤਾਂ ਲੁਕੇ ਲੱਗੇ ਰਹੇ ਵਿਚਾਰੇ, ਜਦੋਂ ਆਖਿਆ ਵੀ ਆ ਜਾਓ। ਕਈ ਬਾਹਰ ਜਾ ਕੇ ਆਉਂਦੇ ਨੇ, ਉਹਨਾਂ ਆਖਿਆ ਰੌਲਾ ਪੈ ਗਿਆ ਅਤੇ ਆ ਜਾਓ ਹੁਣ, ਇਸ ਨਿਕਲ ਕੇ। ਕਿਸੇ ਬੀਬੀ ਹੋਰ ਜਗਦੀਸ਼ ਕੌਰ ਤੋਂ ਇਲਾਵਾ ਕਿਸੇ ਹੋਰ ਬੀਬੀ ਨੇ ਵੀ ਤਲਵਾਰ ਚੁੱਕੀ ਸੀ? ਨਹੀਂ, ਸਾਡੇ ਪਿੰਡ ਇੱਕ ਨੇ ਚੁੱਕੀ ਸੀ ਜੀ। ਉਹਨੇ ਵੇਖਣਾ 2 ਬੰਦੇ ਮਾਰੇ ਹਨ।
ਕੀ ਨਾਮ ਸੀ ਉਹਨਾਂ ਦਾ? ਉਹਦੇ ਨਾਂ ਸੀ ਯਾਰ ਫੌਜਾਂ ਕੀ ਮਾਂ ਘਰ ਵਾਲੀ ਸੀ। ਅੱਛਾ ਜੀ, ਫੌਜਾ ਸਿੰਘ ਦੀ ਘਰ ਵਾਲੀ ਉਦੋਂ ਉਹਨਾਂ ਨੇ ਤਲਵਾਰ ਚੁੱਕ ਕੇ ਉਹਨੇ ਬਰਛੀ ਨਾਲ 2 ਬੰਦੇ ਮਾਰੇ ਹਨ। ਅੱਛਾ ਜੀ, 2 ਬੰਦੇ ਮਾਰ ਦਿੱਤੇ ਤੇ ਆਪ ਉਹ ਬਚ ਗਏ ਜਾਂ ਆਪ? ਇੱਥੇ ਆ ਕੇ ਮਰੀ ਹੈ। ਅੱਛਾ, ਇੱਧਰ ਭਾਰਤ ਆ ਗਏ ਸੀ। ਪਤਾ ਆ ਗਈ ਹੈ। ਜਦੋਂ ਉੱਥੇ ਰਹਿੰਦੇ ਸੀ ਉਦੋਂ ਕਿਹੋ ਜਿਹੇ ਹਾਲਾਤ ਸੀਗੇ? ਪੂਰਾ ਦਬਦਬਾ ਸੀਗਾ ਭੁਲੇਰ ਪਿੰਡ ਦਾ ਆਸੇ-ਪਾਸੇ? ਭਲੇਰ ਵਰਗਾ ਨਾ ਐਸ ਪਾਕਿਸਤਾਨ ਚ ਪੰਜਾਬ ਚ ਨਾ ਉਹ ਜਿਹੜਾ ਪਿੰਡ ਕੋ ਨਹੀਂ। ਏਡੇ ਲੋਕੀ ਅਮੀਰ ਸਨ। ਜੀ। ਮੋਟਰਸਾਈਕਲ ਰੱਖੇ ਹਨ, ਘੋੜੀਆਂ ਰੱਖੀਆਂ ਹਨ, ਸਭ ਕੁਝ ਰੱਖਿਆ ਸੀ। ਸਾਈਕਲ ਰੱਖੇ ਹਨ, ਰੇਡੀਓ ਰੱਖੇ ਹਨ, ਸ਼ਾਹੀ ਠਾਠ ਨਾਲ ਰਹਿੰਦੇ ਹਨ। ਜਿਵੇਂ ਤੁਸੀਂ ਕਿਹਾ ਵੀ ਤੁਸੀਂ ਲੁੱਟਦੇ ਵੀ ਸੀਗੇ, ਵੀ ਇਹ ਵੀ ਸਾਰਾ ਪਿੰਡ ਹੀ ਕੰਮ ਕਰਦਾ ਸੀ ਲੁੱਟਣ ਦਾ? ਹਾਂਜੀ, ਜੀ। ਉਥੋਂ ਦਾ ਨਹੀਂ, ਜੇ ਪਿੰਡ ਦਾ ਬੰਦਾ ਨਹੀਂ ਸਾਡੇ ਨਾਲ ਕੋਈ ਲੜਿਆ। ਅੱਛਾ ਜੀ। ਪਿੰਡ ਦਾ ਬੰਦਾ ਸਾਡੇ ਕੋਈ ਖਿਲਾਫ ਨਹੀਂ ਗਿਆ। ਸਗੋਂ 2 ਬੰਦੇ ਮੁਸਲਮਾਨ ਸਾਡੇ ਨਾਲ ਹੋ ਕੇ ਲੜਦੇ ਰਹੇ ਨੇ। ਉਹ ਫਿਰ ਭੁਲੇਖੇ ਨਾਲ ਸਾਡੇ ਜਥਾ ਗਿਆ, ਉਹਨੇ ਮਾਰ ਛੱਡੇ ਨੇ। ਅੱਛਾ, ਮੁਸਲਮਾਨਾਂ ਨੇ ਤੁਹਾਡੀ ਮਦਦ ਵੀ ਕੀਤੀ? ਮਦਦ ਵੀ ਕੀਤੀ, ਜਿਹੜੇ ਪਿੰਡ ਦੇ ਲੋਕ ਉਹਨਾਂ ਦੀ ਮਦਦ ਵੀ ਕੀਤੀ ਹੈ। ਕਿੰਨਾ ਕੁ ਪਿੰਡ ਦੇ ਲੋਕ ਸੀਗੇ? ਟੋਟਲ ਆਬਾਦੀ ਕਿੰਨੀ ਸੀਗੀ? ਉਹਦੇ ਮਾਂ ਕੋਈ 1000 ਕੋ ਬੰਦਾ ਹੀ ਹੋਣਾ ਹੈ। ਤੇ ਉਹਦੇ ਵਿੱਚੋਂ ਮੁਸਲਮਾਨ ਕਿੰਨੇ ਤੇ ਸਿੱਖ ਜਾਂ ਹਿੰਦੂ ਕਿੰਨੇ ਸੀਗੇ? ਉਹਦੇ ਵਿੱਚ 53 ਹਿੱਸਾ ਮੁਸਲਮਾਨ ਸਨ ਅੱਛਾ ਜੀ। ਤੇ ਅੱਧੇ ਜਿਹੜੇ ਹਨ ਸਿੱਖ ਸਨ, ਤੇ ਉਹ ਸਾਈ ਤੇ ਉਹ ਅੱਧੇ ਉਹ ਸਨ। ਤੇ ਹਿੰਦੂਆਂ ਦੀ ਰਖਵਾਲੀ ਵੀ ਤੁਸੀਂ ਨਾਲ ਹੀ ਕਰਦੇ ਰਹੇ? ਜਿਹਦੇ ਨਾਲ ਭਾਟੀਆਂ ਨੂੰ ਬੜੇ ਦਲੇਰ ਸਾਡੇ ਨਾਲ ਸਨ ਕਿ ਪੰਡਤਾਂ ਦੇ 2 ਹੀ ਘਰ ਸਨ ਸਿਰਫ। ਅੱਛਾ ਜੀ। ਤੇ ਨਾਲ ਭਾਟੀਆਂ ਨੂੰ ਲੜਦੇ ਜਵਾਨ ਹਨ ਉਹ ਪੂਰੇ ਕੇ। ਭਾਟੀਆਂ ਦੇ 8 ਘਰ ਸਨ ਸਾਡੇ। 1-2 ਘਰ ਜਿਹੜੇ ਉਹ ਖਤਮ ਹੋ ਗਏ ਨੇ। ਇਹਨਾਂ 8 ਜੀ ਮਰੇ ਨੇ, ਤੇ ਇੱਕ ਦੇ 7 ਮਰੇ ਨੇ। ਉਹਨਾਂ ਇੱਕੋ ਮੁੰਡਾ ਮਰਿਆ, ਬਚਿਆ। ਉਹ ਖੰਨੇ ਕੱਪੜੇ ਦੀ ਦੁਕਾਨ ਕਰਦਾ ਹੈ। ਲਗਭਗ ਬਹੁਤੀਆਂ ਔਰਤਾਂ ਉੱਧਰ ਹੀ ਛੁੱਟ ਗਈਆਂ ਤੇ ਉੱਧਰ ਹੀ ਮਰ ਗਈਆਂ, ਸਿਰਫ ਜ਼ਿਆਦਾਤਰ ਬੰਦੇ ਹੀ ਉੱਧਰੋਂ ਆਏ? ਬੰਦੇ ਵੀ ਆਏ, ਬਹੁਤ ਜਣੇ ਜਨਾਨੀਆਂ ਤੋਂ ਮਾਰੀ, ਲੜਕੀਆਂ ਬੜੀਆਂ, ਕੁਆਰੀਆਂ ਮਾਰੀਆਂ, ਵੱਡੀਆਂ ਲੋਕਾਂ। ਤੁਸੀਂ ਅੱਖੀਂ ਦੇਖੀਆਂ ਨੇ ਉਹ? ਉਹ ਲੁਕੀਆਂ ਨਹੀਂ ਰੱਖੀਆਂ, ਕਿਤੇ ਸਿੱਖਿਆ ਵੇਖ ਸਕਦੇ ਹਾਂ। ਇੱਕ ਜੰਗ ਸੀ, ਯੁੱਧ ਸੀ। ਜੰਗ 'ਚ ਕੌਣ ਜਿਸੇ ਕਿ ਰਿਹਾ ਉੱਥੇ ਲੁਕਿਆ, ਜਿਸੇ ਜੇ ਕਿ ਲੁਕਿਆ ਉੱਥੇ ਲੁਕਿਆ ਰਿਹਾ। ਜੋ ਆਖਿਆ ਵੀ ਆ ਜਾਓ ਬਾਹਰ ਨਿਕਲ ਲੈ ਕੇ। ਲੋਕਾਂ ਵਿੱਚ ਬੰਦੇ ਜਥੇ ਹਨ, ਉਹਨਾਂ ਘਰ ਫਿਰਿਆ ਵੀ ਆ ਜਾਓ ਨਿਕਲ ਚਲੀਏ। ਬਹੁਤ ਵੱਡਾ ਦੁਖਾਂਤ ਸੀਗਾ ਭੁਲੇਰ ਪਿੰਡ ਦਾ। ਉਸ ਪਿੰਡ ਵਿੱਚੋਂ ਬਚ ਕੇ ਬਹੁਤ ਘੱਟ ਲੋਕ ਹੀ ਜੀ। ਇੱਕ ਪੰਜਾਬ ਦਾ ਵੱਡਾ ਘੱਲੂਘਾਰਾ ਸੀ, ਜਿਹੜਾ ਅਸੀਂ ਦਰਸਾ ਨਹੀਂ ਸਕੇ। ਅਸੀਂ ਜੇ ਜਾਂਦੇ ਉਹ 2.5 ਲੱਖ ਦੀ ਬੋਲ ਦੇ ਨਾਲ 500-700 ਹਜ਼ਾਰ ਬੰਦਾ ਲੜਨਾ ਬੜੀ ਗੱਲ ਹੈ। ਸਾਡਾ ਕੋਈ ਲੀਡਰ ਸੀ, ਉਹ ਕਾਂਗਰਸੀ ਹੋ ਗਿਆ, ਉਹ ਮਰ ਗਿਆ। ਅਸੀਂ ਦਰਸਾ ਨਹੀਂ ਸਕੇ। ਅਸੀਂ ਨਹੀਂ ਤੇ ਉੱਥੇ ਜਾ ਕੇ ਸਾਡਾ ਵੀ ਨਾਂ ਲਿਖਿਆ ਜਾਣਾ ਸੀ। ਉੱਥੇ ਜਿਹੜਾ ਆਇਆ ਉਹ ਮਾਤਾ ਸਿੰਘ ਨੇ ਸਾਡਾ ਨਾਂ ਲਿਖਾਇਆ ਉੱਥੇ। ਅੱਛਾ ਜੀ। ਹਾਂ, ਜਿਹੜੀ ਉੱਥੇ ਦਰਬਾਰ ਸਾਹਿਬ ਪਲੇਟ ਲੱਗੀ ਹੋਈ ਆ ਮਾਸਟਰ ਤਾਰਾ ਸਿੰਘ ਦੁਆਰਾ ਲਿਖਾਈ? ਮਾਸਟਰ ਤਾਰਾ ਨੇ ਡਾਕਟਰ ਸਿੰਘ ਨਾਲ ਲਵਾਈ ਉੱਥੇ। ਮਾਸਟਰ ਤਾਰਾ ਸਿੰਘ ਸਾਡੇ ਦਿਨ ਪਹਿਲਾਂ 6 ਦਿਨ ਸਾਡੇ ਪਿੰਡ ਗਏ ਹਨ। ਅੱਛਾ, 6 ਦਿਨ। 15 ਤਰੀਕ ਨੂੰ ਜਦੋਂ ਸੀਗਾ ਭਾਰਤ ਦੇ ਵਿੱਚ ਆਜ਼ਾਦੀ ਹੋ ਗਈ ਕਹਿੰਦੇ ਹਨਾ, ਵੰਡ ਹੋ ਗਈ। ਐਲਾਨ ਮਗਰੋਂ ਹੋਇਆ, ਪਹਿਲਾਂ ਗਏ ਹਨ। ਅੱਛਾ ਜੀ, 15 ਤੋਂ ਪਹਿਲਾਂ ਹੀ 6 ਦਿਨ ਗਏ ਸੀ। ਤੇ ਤੁਸੀਂ ਜਿਹੜਾ ਇਹ ਸਾਕਾ 30 ਤਰੀਕ ਨੂੰ ਵਾਪਰਦਾ? ਇਹ ਆ 30 ਨੂੰ ਤੁਸੀਂ ਅੜ ਕੇ ਉੱਥੇ ਬੈਠੇ ਸੀਗੇ ਵੀ ਅਸੀਂ ਆਪਣਾ ਪਿੰਡ ਨਹੀਂ ਛੱਡਣਾ? ਉਹ ਰਾਤ ਉਹਨਾਂ ਨੇ ਨਿੱਕੇ ਜਦੋਂ ਉਹਨਾਂ ਆਖਿਆ ਪਹਿਲਾਂ ਹਮਲਾ ਕੀਤਾ, ਪਹਿਲੇ ਇੱਕ ਘਰ 'ਚ ਬਹਿਣਾ ਬੜੇ। ਉਹਨਾਂ ਰਾਤ ਵਜੋਂ ਆ ਕੇ ਫਿਰ ਇੱਕ ਘਰ 'ਚ ਵੜੇ। ਕੋਈ ਨਿਆਣੇ ਲੁਕੇ ਲੱਗੇ ਰਹੇ, ਕੋਈ ਜਿਹੜਾ ਨਹੀਂ। ਜੋ ਆਏ ਬੰਦੇ 5 ਮਿੰਟ ਸਾਰੀ ਗੱਲ ਬਣੀ ਹੈ। 5 ਮਿੰਟ ਸਭ ਖੇਲ ਖਤਮ ਹੋ ਗਿਆ। 5 ਮਿੰਟ ਸਾਰੀ ਲੜਾਈ ਮੁੱਕ ਗਈ ਹੈ। ਉਹ ਜਿਹੜੇ ਪਹਿਲਾਂ ਗੋਲੀ ਚੱਲਦੀ ਰਹੀ ਹੈ, ਉਹਦੀ ਉਹ 4-5 ਘੰਟੇ 6 ਘੰਟੇ ਚੱਲਦੀ ਰਹੀ ਹੈ। ਜੋ ਖਤਮ ਹੋਣ ਲੱਗਾ ਉਦੋਂ 5 ਮਿੰਟਾਂ 'ਚ ਕੰਮ ਖਤਮ ਹੋ ਗਿਆ। 1947 ਦੇ ਦੁਖਾਂਤ ਨੂੰ ਦਰਸਾਉਂਦੀ ਇਹ ਘਟਨਾ ਵੀ ਇੱਕ ਤੁਹਾਡੇ ਸਾਹਮਣੇ ਹੈ। ਭੁਲੇਰ ਪਿੰਡ ਜਿਹੜਾ ਬੜਾ ਹੀ ਸ਼ਾਨਦਾਰ ਰਈਸ, ਹਰ ਇੱਕ ਸੁਵਿਧਾ ਜਿਸ ਪਿੰਡ ਵਿੱਚ ਉਪਲਬਧ ਸੀਗੀ, ਜਿਨ੍ਹਾਂ ਨੇ ਆਪਣੇ ਹੀ ਬੰਬ ਤਿਆਰ ਕੀਤੇ ਸੀ, ਆਪਣੀਆਂ ਗੋਲੀਆਂ ਵੀ ਸੀ। ਸਭ ਕੁਝ ਹੋਣ ਦੇ ਬਾਵਜੂਦ ਵੀ ਫੌਜ ਨਾਲ ਮੁਕਾਬਲਾ ਕਰਨਾ ਪਿਆ ਇਹਨਾਂ ਦੇ ਕਹਿਣ ਦੇ ਮੁਤਾਬਿਕ। ਔਰ ਫੌਜ ਨਾਲ ਮੁਕਾਬਲਾ ਕਰਨਾ ਸੌਖਾ ਨਹੀਂ ਹੈ। ਸੋ ਇਸ ਪਿੰਡ ਦੇ 5 ਮਿੰਟ ਵਿੱਚ ਹੀ ਜਿਹੜਾ ਦਾ ਸਾਰਾ ਮਲੀਆ ਮੇਟ ਔਰਤਾਂ ਜਿਹੜੀਆਂ ਉਹ ਮਰ ਗਈਆਂ ਨੇ। ਬਹੁਤ ਸਾਰੇ ਹੋਰ ਜਿਹੜੇ ਸੀਗੇ ਸਿੱਖ ਜਿਹੜੇ ਰਹਿੰਦੇ ਸੀ ਉਹ ਸ਼ਹੀਦ ਹੋ ਗਏ ਨੇ। ਕੁਝ ਕੁ ਜਿਹੜੇ ਨੇ ਉਹ ਬਚ ਕੇ ਭਾਰਤ ਦੇ ਵਿੱਚ ਵਾਪਸ ਆਏ ਨੇ, ਅੰਮ੍ਰਿਤਸਰ ਦੇ ਵਿੱਚ। ਔਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬਟਾਲੇ ਦੇ ਕੋਲ ਜਿਹੜੀ ਜ਼ਮੀਨ ਹੈ ਉਹ ਅਲਾਟ ਹੁੰਦੀ ਹੈ। ਪਰੰਤੂ ਜੇ ਇਸ ਦੁਕਾਨ ਨੂੰ ਦੇਖਿਆ ਜਾਵੇ, ਅੱਖੀਂ ਦੇਖਿਆ ਇਹਨਾਂ ਨੇ, ਤਾਂ ਇਹ ਸਾਕਾ ਵੀ ਬਹੁਤ ਵੱਡਾ ਸੀਗਾ।
ਇੱਕ ਜੱਦੋ ਜਹਿਦ ਸੀਗੀ ਆਪਣੀ ਮਾਤ ਭੂਮੀ ਜਿੱਥੇ ਜੰਮੇ ਜਿੱਥੇ ਪਲੇ ਉਸ ਨਾਲ ਪਿਆਰ ਸੀਗਾ ਜਿਸ ਕਾਰਨ ਹੀ ਉੱਥੇ ਰਹਿਣਾ ਚਾਹੁੰਦੇ ਸੀ। ਨਨਕਾਣਾ ਸਾਹਿਬ ਜਿਸ ਲਈ ਮਾਸਟਰ ਤਾਰਾ ਸਿੰਘ ਵੀ ਇਹਨਾਂ ਕੋਲ ਜਾਂਦੇ ਨੇ ਕਿ ਉਹਨੂੰ ਨਾ ਛੱਡਿਆ ਜਾਵੇ, ਕਿਉਂਕਿ ਜਿੱਥੇ ਅੱਜ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਤਾਂ ਬਹੁਤ ਘੱਟ ਸਿੱਖ ਰਹਿ ਗਏ ਨੇ ਜਿਹੜੇ ਉਹਨਾਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰ ਸਕਣ ਜੋ ਅਫਗਾਨਿਸਤਾਨ ਦੇ ਵਿੱਚ ਨੇ। ਸੋ ਇੱਥੇ ਵੀ ਹਾਲਾਤ ਇਹੀ ਸੀ ਜਿਸ ਕਾਰਨ ਮਾਸਟਰ ਤਾਰਾ ਸਿੰਘ ਨੂੰ ਖੁਦ ਕਹਿਣ ਜਾਣਾ ਪਿਆ ਵੀ ਤੁਸੀਂ ਇਹ ਇਲਾਕਾ ਨਾ ਛੱਡਿਓ, ਇਹ ਪਿੰਡ ਨਾ ਛੱਡਿਓ, ਕਿਉਂਕਿ ਉਦੋਂ ਕਿਤੇ ਨਾ ਕਿਤੇ ਜ਼ਰੂਰ ਲੱਗਦਾ ਸੀਗਾ ਕਿ ਇਹ ਜਿਹੜੇ ਸਰਦਾਰ ਨੇ ਇਹ ਜਿਹੜੇ ਸਿੱਖ ਨੇ ਇਹ ਮੌਕੇ ਨੂੰ ਸੰਭਾਲ ਲੈਣਗੇ ਔਰ ਇੱਥੇ ਹੀ ਟਿਕੇ ਰਹਿਣਗੇ। ਪਰੰਤੂ ਹਾਲਾਤ ਜਿਹੜੇ ਨੇ ਉਹ ਬੇਕਾਬੂ ਹੋ ਗਏ ਜਿਸ ਕਾਰਨ ਇਹਨਾਂ ਨੂੰ ਇੱਥੇ ਵਾਪਸ ਆਉਣਾ ਪਿਆ ਔਰ ਦੁਖਾਂਤ ਅੱਜ ਵੀ ਜਿਹੜਾ ਆ ਉਹ ਉਸੇ ਹੀ ਤਰ੍ਹਾਂ ਬਰਕਰਾਰ ਹੈ। 1947 ਨੂੰ ਉਸੇ ਹੀ ਤਰ੍ਹਾਂ ਯਾਦ ਕਰਦੇ ਨੇ, ਅੱਜ ਵੀ 1947 ਉਂਝ ਹੀ ਯਾਦ ਆਉਂਦੀ ਹੈ ਜਿਵੇਂ ਪਹਿਲਾਂ। ਮੈਂ ਹੁਣ ਕਹਾਂ ਮਾਂ ਵੇਖ ਕੇ ਰੋ ਪਿਆ ਤੇ ਮੇਰੀ ਮਾਂ ਉੱਥੇ ਮਰ ਗਈ। ਬਹੁਤ ਵੱਡਾ ਦੁਖਾਂਤ ਸੀਗਾ, ਬੱਚੇ ਮਾਂ ਤੋਂ ਬਿਨਾਂ ਆਏ ਨੇ। ਕਿਵੇਂ ਭੁੱਲ ਸਕਦੇ ਨੇ ਉਹ ਲੋਕ ਜਿਨ੍ਹਾਂ ਨੇ ਉਹ ਦੁਖਾਂਤ ਆਪਣੇ ਹੱਡੀ ਹੰਡਾਇਆ ਸੀ, ਆਪਣੇ ਅੱਖੀਂ ਦੇਖਿਆ ਸੀਗਾ। ਅੱਜ ਬਜ਼ੁਰਗ ਫੇਰ ਆਪਣੀ ਮਾਤਾ ਨੂੰ ਯਾਦ ਕਰਦੇ ਨੇ, ਚਾਹੇ ਸ਼ਾਇਦ ਉਹ ਅੱਜ ਮੌਜੂਦ ਨਾ ਹੁੰਦੇ ਪਰ ਜਦੋਂ ਇਹਨਾਂ ਨੂੰ ਜ਼ਰੂਰਤ ਸੀਗੀ 13 ਸਾਲ ਦੀ ਉਮਰ ਦੇ ਵਿੱਚ ਉਦੋਂ ਸ਼ਾਇਦ ਕਿਤੇ ਨਾ ਕਿਤੇ ਉਹ ਇੱਥੇ ਨਹੀਂ ਸੀ। ਔਰ ਅੱਜ ਵੀ ਦਿਲ ਜਿਹੜਾ ਦੁਖਦਾ ਕਿਉਂਕਿ ਮਾਂ ਪੁੱਤ ਦਾ ਰਿਸ਼ਤਾ ਬੜਾ ਗਹਿਰਾ ਹੁੰਦਾ ਹੈ। 47 ਨੇ ਉਹ ਰਿਸ਼ਤਾ ਜਿਹੜਾ ਸੀਗਾ ਬਿਲਕੁਲ ਹੀ ਖਤਮ ਕਰ ਦਿੱਤਾ। ਇਹ ਇੱਕ ਘਰ ਵਿੱਚ ਨਹੀਂ ਹੋਇਆ, ਅਨੇਕਾਂ ਘਰਾਂ ਦੇ ਵਿੱਚ ਇਹ ਹਾਲਾਤ ਜਿਹੜੇ ਵਾਪਰੇ ਨੇ, ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਔਰਤਾਂ ਜਿਹੜੀਆਂ ਸੀਗੀਆਂ ਉਹ ਬੇਪਤੀ ਦੇ ਡਰੋਂ ਆਪਣੇ ਪਤੀ ਆਪਣੇ ਪਿਤਾ ਦੇ ਵੱਲੋਂ ਜਾਂ ਆਪਣੇ ਘਰਦਿਆਂ ਦੇ ਵੱਲੋਂ ਖੁਦ ਵੀ ਮਾਰ ਦਿੱਤੀਆਂ ਗਈਆਂ ਔਰ ਆਪਣੀ ਮਰਜ਼ੀ ਦੇ ਨਾਲ ਵੀ ਉਹ ਲੜਕੀਆਂ ਜਿਹੜੀਆਂ ਸੀਗੀਆਂ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ, ਉਸਨੇ ਜ਼ਿੰਦਗੀ ਖਤਮ ਕਰ ਲਈ। ਸੋ ਜਿੱਥੇ ਕਿਤੇ ਇਹ ਬਹੁਤ ਵੱਡਾ ਦੁਖਾਂਤ ਵਾਪਰਿਆ, ਆਪਣੀ ਜਿਹੜੀ ਸੀਗੀ ਜ਼ਮੀਨ ਛੱਡਣੀ ਪਈ, ਉੱਥੇ ਜਿਹੜੀ ਸੀਗੀ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਇੱਜ਼ਤ ਦੇ ਲਈ ਆਪਣੀ ਜਾਨ ਵੀ ਵਾਰੀ ਹੈ। ਔਰ ਜੇ ਅਸੀਂ ਗੱਲ ਕਰੀਏ ਤਾਂ 1984 ਤੋਂ ਪਹਿਲਾਂ ਇਹੀ ਸਾਕਾ ਸੀਗਾ ਜਿਹੜਾ ਸਿੱਖਾਂ ਦੇ ਨਾਲ ਬਹੁਤ ਵੱਡਾ ਵਾਪਰਿਆ, ਜਿਹਨੂੰ ਸ਼ਾਇਦ ਅੱਜ ਤੱਕ ਸਾਕੇ ਦਾ ਨਾਮ ਜਿਹੜਾ ਆ ਉਹ ਨਹੀਂ ਦਿੱਤਾ ਗਿਆ। ਇਹ ਜਨਵਰੀ 1955 ਮੈਂ ਉੱਥੇ ਗਿਆ ਆਪਣੇ ਪਿੰਡ। ਉਦੋਂ ਮੈਂ ਪਹਿਲਾ ਸਿੱਖ ਉਸ ਪਾਕਿਸਤਾਨ 'ਚ ਜਾ ਹੈ ਨਾ ਦਾਖਲ ਹੋਇਆ ਸਾਂ। ਉਦੋਂ ਹੀ ਬੱਸ 'ਤੇ ਗਏ ਅਤੇ ਸਾਰੇ ਜਣੇ ਹਿੰਦੂਆਂ ਨੂੰ ਤੁਰ ਗਏ ਅਤੇ ਮੈਨੂੰ ਨਾ ਬਹਾ ਲਿਆ। ਮੈਂ ਕਿਹਾ ਮੈਂ ਤਾਂ ਕੋਈ ਮਰ ਜਾਣੀ ਅਤੇ ਮੈਨੂੰ ਬਹਾ ਲਿਆ। ਉਹ ਨਾਲ ਫੌਜੀ ਸੀ ਉੱਥੇ ਦੂਜਾ ਇਹ ਕੰਪਨੀ ਉਸ ਮੈਨੂੰ ਲੈ ਗਏ। ਉਹਨਾਂ ਮੈਨੂੰ ਚਾਹ ਪਿਆਈ, 2 ਲੱਡੂ ਖਵਾਏ, ਮੱਠੀ ਖਵਾਏ। ਕਹਿੰਦੇ ਪੁੱਤਰ ਡਰਨ ਦੀ ਕੋਈ ਲੋੜ ਨਹੀਂ, ਅਸੀਂ ਇਸ ਕਰਕੇ ਆਏ ਹਾਂ ਭਿਆਲੀ ਬੜਾ ਦੇਣਾ ਉਦੋਂ ਦੂਰ ਤੇ ਤੂੰ ਕਲਾ ਸਿੱਖ ਕੇ ਆਇਆ। ਉਹ ਸਾਨੂੰ ਪਹਿਲਾਂ ਕਿਸ਼ਨਗੜ੍ਹ ਚੌਂਕੀ ਜਾ ਕੇ ਉੱਥੇ ਰਿਪੋਰਟ ਲਿਖਾਈ, ਫਿਰ DAV ਕਾਲਜ ਸਾਨੂੰ ਉੱਥੇ ਛੱਡ ਗਿਆ। ਉੱਥੇ ਜਿਹੜੇ ਹਿੰਦੂ ਸਨ ਉਹਨਾਂ ਆਖਿਆ ਵੀ ਇਹਨੂੰ ਇਕੱਲਿਆਂ ਨਹੀਂ ਜਾਣ ਦੇਣਾ। ਹਾਂਜੀ, ਉਹ ਫਿਰ ਅਗਲੇ ਪਾਸ ਹਾਈ ਕਮਿਸ਼ਨ ਡਿਪਟੀ ਹਾਈ ਕਮਿਸ਼ਨ ਜਾ ਕੇ ਹਾਜ਼ਰੀ ਲਾਉਣੀ ਪੈਂਦੀ ਸੀ। ਉਹਨੇ ਆਖਿਆ ਕਾਕਾ ਤੂੰ ਲੱਭੇ ਨਾ ਜਾਈ ਕਰੀ। ਉਹ ਜਿਹੜੇ ਮੈਂ ਉਹ ਇੱਥੋਂ ਦਾ ਸੀ ਦੂਜਾ ਇੱਕ ਹੌਲਦਾਰ ਇੱਥੋਂ ਦਾ ਸਾਰਚੂਰ ਦਾ, ਉਹਦੀ ਭਰਜਾਈ ਘਰ ਇੱਥੇ ਰਹਿ ਗਈ ਸੀ, ਉਹ ਨਾਲ ਲੈ ਫਿਰ ਆਉਂਦਾ ਮੇਰੇ ਹੁੰਦਾ ਤੈਨੂੰ ਕੋਈ ਨਹੀਂ ਆਉਂਦਾ। ਉਹ ਜੇ ਮੈਂ ਜਾਓ ਬੜਾ ਸੋਹਣਾ ਉਹਦਾ 20 ਸਾਲ ਦਾ 20 ਸਾਲ ਦਾ, ਅਤੇ ਮੈਂ ਬੜਾ ਸੋਹਣਾ ਉਦੋਂ ਮੁਸਲਮਾਨੀਆਂ ਭੁੱਕੇ ਚੁੱਕ ਮੇਰੇ ਵੱਲ ਵੇਖਣ, ਫਿਰ ਮੇਰੀਆਂ ਰੋਟੀਆਂ ਆਖਣ ਉਹ ਖਾ ਉਹ ਖਾ। ਉਹ ਫਿਰ ਉਹਨਾਂ 2-3 ਦਿਨ ਹੀ ਮੈਨੂੰ ਰਹਿਣ ਦਿੱਤਾ ਉੱਥੇ, ਅਤੇ ਸਾਨੂੰ ਉੱਥੇ ਲੈ ਗਏ। ਸਾਡੇ ਬਾਈਆਂ ਕਮਰਿਆਂ 'ਚ ਉਹ ਇੱਕ ਜਿਹਾ ਸੀ ਨਾ ਕਮਰਾ ਜਿਹਾ ਕੱਚਾ ਸੀ, ਅਤੇ ਉਹ ਉਸੇ ਬੰਦੇ ਘੋੜੀ ਉਹ ਮਾਸੀ ਜਿਹੜੀ ਹੁੰਦੀ ਹੈ ਛੱਡਣ ਵਾਲੀ ਉਖਲੀ, ਉਹਦੇ ਸੋਨਾ ਨਾ ਪਈਆਂ ਮਾਈਆਂ ਵਿਚਾਰੀਆਂ ਭਲ ਕੇ ਆ ਜਾਣਾ। ਉਹ ਜੀ ਇੱਥੇ ਗਏ, ਉਹ ਉੱਥੇ ਡੰਗਰ ਬੰਨ੍ਹਦੇ, ਅਤੇ ਉਹ ਨੰਗਿਆ ਹੋ ਗਿਆ ਅਤੇ ਲੈ ਗਏ। ਉੱਥੇ ਜਦੋਂ ਤੁਸੀਂ ਉੱਥੇ ਗਏ ਫਿਰ ਤੁਸੀਂ ਭਾਵੁਕ ਹੋ, ਆਪਣਾ ਘਰ ਉਵੇਂ ਹੀ ਦਿਸਦਾ ਤੁਹਾਨੂੰ? ਉਸ ਤਰ੍ਹਾਂ ਹੀ ਅੱਜ ਵੀ ਹੈਗਾ ਉਵੇਂ ਬਣਿਆ? ਅਜੇ ਵੀ ਉਸ ਤਰ੍ਹਾਂ ਹੀ ਹੈ। ਹਾਂ, ਸਾਰੇ ਕਮਰਿਆਂ ਦੇ ਵਿੱਚ ਫਿਰ ਕੇ ਆਏ ਤੁਸੀਂ? ਆਹ ਨਹੀਂ ਕਮਰੇ ਤੇ ਮੈਂ ਪਹਿਲੇ ਫਿਰੇ ਹਨ। ਉਹਨਾਂ ਨੂੰ ਵੀ ਸਾਡੇ ਹੋ ਗਏ ਭੁੱਖੇ ਵਿਚਾਰੇ ਹਨ, ਉਹਨਾਂ ਨੂੰ ਕੀ ਆਖਣਾ ਸੀ। ਉਹਨੇ ਭਾਅ ਰੋਂਦੇ ਹਨ ਉਹ ਵਿਚਾਰਿਆਂ ਨੇ 10 ਨਹੀਂ, ਆਪਣੇ ਘਰ ਦੇ ਜਿੰਨੇ ਕਮਰੇ ਸੀ 22 ਕਮਰੇ ਸਾਰੇ ਦੇ ਸਾਰੇ ਦੇਖੇ ਤੁਸੀਂ? ਆਹੋ ਮੈਂ ਵੇਖ ਕੇ ਆਇਆ ਹਾਂ। ਉਸੇ ਤਰ੍ਹਾਂ ਉੱਥੇ ਜਿਹਾ ਸੀ ਹਾਈ ਕਮਿਸ਼ਨਰ, ਉਹਨੇ ਕਿਹਾ ਤੁਹਾਨੂੰ ਕਲੇਮ ਮਿਲਿਆ ਕਿ ਨਹੀਂ ਮਿਲਿਆ। ਮੈਂ ਨਾ ਹੀ ਦੇ ਸਕਿਆ, ਨਾ ਸਾਨੂੰ ਕੋਈ ਮਿਲਿਆ। ਮੈਂ ਕਿਹਾ ਇੱਕ ਆਈਟਮ ਸੀ, ਉਹਨੇ ਕਿਹਾ ਉਹਦੇ ਲਿਖਿਆ ਦਿਸ ਇਜ਼ ਬਿਲਡ ਬਾਈ ਫਾਦਰ,
ਉਹ ਜਿਹਾ ਇੱਕ ਮੈਨੂੰ ਕਹਿੰਦੀ ਸੀ ਟੂ ਓਲਡ, ਪਰ ਉਹਨੂੰ ਇਹ ਨਹੀਂ ਨਾ ਵੀ ਬੱਚਾ ਜਾਂ 10 ਸਾਲ ਦਾ ਹੈ, ਹਾਂਜੀ ਉਹਨੇ ਇਹ ਨਹੀਂ ਸੋਚਿਆ। ਉਹਨੇ ਕਿਹਾ ਦਿਸ ਇਜ਼ ਟੂ ਓਲਡ, ਉਹਦੀ ਕੀਮਤ ਘੱਟ ਲੱਗੀ 2 ਰੁਪਏ ਮਰਬਾ ਫੁੱਟ, ਤੇ ਸਾਡਾ ਕਲੇਮ ਜਿਹੜਾ ਫੇਲ ਹੋ ਗਿਆ। ਜੇ 20,000 ਦਾ ਹੋ ਜਾਂਦਾ ਸਾਨੂੰ ਪੈਸੇ ਮਿਲ ਜਾਣੇ, 18,000 ਦਾ ਹੋਇਆ। ਪਿੰਡ ਪੁਲੇਰ ਔਰ ਉੱਥੋਂ ਦੇ ਵਾਸੀਆਂ ਨੇ ਬੜਾ ਵੱਡਾ ਦੁਖਾਂਤ ਜਿਹੜਾ ਹੰਡਾਇਆ ਔਰ ਅੱਜ ਵੀ ਮਾਤਾ ਮਹੰਤ ਕੌਰ ਨੂੰ ਯਾਦ ਕਰਕੇ ਉਹਨਾਂ ਦੇ ਬੇਟੇ ਪ੍ਰਿਥੀਪਾਲ ਸਿੰਘ ਉਸੇ ਹੀ ਤਰੀਕੇ ਨਾਲ ਉਸ ਮੰਜ਼ਰ ਨੂੰ ਯਾਦ ਕਰਦੇ ਨੇ ਔਰ ਭਾਵੁਕ ਹੋ ਜਾਂਦੇ ਨੇ ਤੁਹਾਡੇ ਸਾਹਮਣੇ। ਸ਼ਾਇਦ ਇਹ ਇਤਿਹਾਸ ਜਿਹੜਾ ਸੀਗਾ ਅੱਜ ਵੀ ਅੱਖੋਂ ਪਰੋਕੇ ਸੀਗਾ ਔਰ ਸਾਡੇ ਕੋਲ ਇਹੀ ਬਜ਼ੁਰਗ ਨੇ ਜਿਹੜੇ ਇਸ ਇਤਿਹਾਸ ਨੂੰ ਆਪਣੇ ਅੱਖੀਂ ਵੇਖ ਕੇ ਔਰ ਆਪਣੀ ਜ਼ਬਾਨ ਦੇ ਨਾਲ ਸਾਡੇ ਤੱਕ ਪਹੁੰਚਾ ਰਹੇ ਨੇ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਗੁਰਦਿਆਲ ਦੇ ਨਾਲ ਬਲਵਿੰਦਰ ਕੌਰ।